ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤਾ। ਸਤਿਗੁਰੂ ਜੀ ਦੇ ਦਰ ਜੁੜ ਕੇ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਉਪਰਾਲਾ ਕਰ ਰਹੇ ਹਾਂ। ਇਸ ਸੰਸਾਰ ਦੇ ਅੰਦਰ ਬਹੁਤ ਸਾਰੇ ਕੰਮ ਨੇ, ਬੜੇ ਔਖੇ, ਬੜੇ ਕਠਿਨ, ਬੜੇ ਆਸਾਨ ਤੇ ਸਰਲ, ਪਰ ਇੱਕ ਕੰਮ ਸਭ ਤੋਂ ਸੌਖਾ ਹੈ, ਕਿਸੇ ਦੀ ਨਿੰਦਾ ਕਰਨਾ। ਇਸ ਕੰਮ ਵਰਗਾ ਆਸਾਨ ਕੰਮ ਹੋਰ ਕੋਈ ਨਹੀਂ, ਕਿਉਂਕਿ ਇਸ ਕੰਮ ਨੂੰ ਕਰਨ ਵਿੱਚ ਕਿਹੜਾ ਭਲਾ ਕੋਈ ਜ਼ੋਰ ਲੱਗਣਾ, ਕੋਈ ਸਾਡੀ ਤਾਕਤ ਲੱਗਣੀ। ਨਿੰਦਾ ਕਰਨੀ ਹੈ, ਅਸੀਂ ਆਪਣਾ ਕੰਮ ਕਰਦਿਆਂ ਨਾਲ ਕਿਸੇ ਦੀ ਨਿੰਦਾ ਵੀ ਕਰ ਸਕਦੇ ਹਾਂ, ਕਿਸੇ ਦੀ ਬੁਰਾਈ ਵੀ ਕਰ ਸਕਦੇ ਹਾਂ। ਇਹ ਬੜਾ ਆਸਾਨ ਕਾਰਜ ਹੈ। ਸ਼ਾਇਦ ਇਸੇ ਕਰਕੇ ਸਾਰੀ ਦੁਨੀਆ ਇਸ ਕੰਮ ਵਿੱਚ ਲੱਗੀ ਹੋਈ ਹੈ। ਹਰ ਕੋਈ ਕਿਸੇ ਨਾ ਕਿਸੇ ਦੀ ਨਿੰਦਾ ਕਰ ਰਿਹਾ ਹੈ। ਕਿਸੇ ਨੂੰ ਬਹੁਤੀ ਵਾਰੀ ਬਹੁਤੇ ਲੋਕਾਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਉਹ ਕਿਸੇ ਦੀ ਨਿੰਦਾ ਕਰ ਰਹੇ ਨੇ। ਉਹਨਾਂ ਨੂੰ ਇੰਜ ਲੱਗਦਾ ਹੈ ਕਿ ਉਹ ਉਸ ਬੰਦੇ ਦੇ ਔਗਣ, ਉਹਦੀਆਂ ਗਲਤੀਆਂ, ਉਹਦੀ ਚਰਚਾ ਕਰਕੇ ਉਹ ਕੋਈ ਬਹੁਤ ਚੰਗਾ ਕੰਮ ਕਰ ਰਹੇ ਨੇ। ਜਿਵੇਂ ਕੋਈ 4 ਬੰਦੇ ਖਲੋਤੇ ਨੇ, 4 ਬੰਦੇ ਉਹ ਕਿਸੇ 5ਵੇਂ ਦੀ ਗੱਲ ਕਰਦੇ ਨੇ, ਉਹ ਐਵੇਂ ਕਰਦਾ ਹੈ, ਉਹ ਬੇਈਮਾਨੀ ਕਰਦਾ ਹੈ, ਉਹਨੂੰ ਕਿਸੇ ਨਾਲ ਗੱਲ ਕਰਨ ਦਾ ਨਹੀਂ ਪਤਾ, ਉਹਦੀ ਕਿਰਤ ਸੱਚੀ ਸੁੱਚੀ ਨਹੀਂ ਹੈ, ਉਹ ਕੁਝ ਬੋਲਣ ਜੋਗਾ ਨਹੀਂ ਹੈ। ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਗੱਲਾਂ ਉਹ ਆਪਸ ਵਿੱਚ ਮਿਲ ਕੇ ਕਰਦੇ ਨੇ। ਤੇ ਜਦੋਂ ਉਹ ਇਹ ਗੱਲਾਂ ਕਰ ਰਹੇ ਹੁੰਦੇ ਨੇ, ਉਦੋਂ ਉਹਨਾਂ ਨੂੰ ਇਹ ਕਦੇ ਵੀ ਨਹੀਂ ਲੱਗਦਾ ਕਿ ਉਹ ਉਸ 5ਵੇਂ ਬੰਦੇ ਦੀ ਨਿੰਦਾ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਇਹ ਤੇ ਨਾਰਮਲ ਗੱਲਾਂ ਕਰ ਰਹੇ ਆ, ਇਹ ਤੇ ਵੈਸੇ ਹੀ ਹੈ, ਇਹ ਕੋਈ ਚੁਗਲੀ ਥੋੜੀ ਹੋ ਰਹੀ, ਇਹ ਤੇ ਵੈਸੇ ਹੀ ਗੱਲ ਕਰ ਰਹੇ ਆ। ਜਦ ਕਿ ਉਹ ਕਰ ਇਹੀ ਰਹੇ ਨੇ ਕਿ ਉਹਨੇ ਆਹ ਕੰਮ ਕਰ ਦਿੱਤਾ, ਉਹਨੇ ਆਹ ਗਲਤ ਕਰ ਦਿੱਤਾ, ਉਹਨੇ ਇੰਜ ਕਰਨਾ ਚਾਹੀਦਾ ਸੀ, ਉਹਨੇ ਇੰਜ ਕੀਤਾ। ਦੱਸਣ ਦਾ ਢੰਗ, ਗੱਲ ਨੂੰ ਦੱਸਣ ਦਾ ਢੰਗ ਐਸਾ ਹੈ ਕਿ ਉਸ ਬੰਦੇ ਨੂੰ ਛੋਟਾ ਕਰਕੇ ਦੱਸਿਆ ਜਾ ਰਿਹਾ ਕਿ ਉਹ ਬੜਾ ਛੋਟਾ ਆਦਮੀ ਹੈ, ਬੜੀ ਨੀਚ ਬਿਰਤੀ ਵਾਲਾ, ਬੜੀ ਭੈੜੀ ਬਿਰਤੀ ਵਾਲਾ। ਇਸ ਢੰਗ ਨਾਲ ਦੱਸਿਆ ਜਾਂਦਾ ਹੈ। ਪਰ ਜਦੋਂ ਇਹਨਾਂ 4 ਬੰਦਿਆਂ ਦੇ ਵਿੱਚੋਂ ਇੱਕ ਚਲਿਆ ਜਾਂਦਾ ਹੈ ਤੇ 3 ਰਹਿ ਜਾਂਦੇ ਨੇ, ਜਿਹੜਾ ਇੱਕ ਚਲਾ ਗਿਆ ਫਿਰ ਇਹ 3 ਮਿਲ ਕੇ ਉਹਦੀਆਂ ਗੱਲਾਂ ਕਰਦੇ ਨੇ। ਫਿਰ ਇਹ ਕਹਿੰਦੇ ਨੇ ਇਹ ਉਹਦੇ ਬਾਰੇ ਇੰਜ ਕਹਿੰਦਾ ਸੀ, ਇਹ ਆਪ ਇਦਾਂ ਦਾ ਹੈ। ਇੱਥੇ ਹੀ ਕਹਾਣੀ ਖਤਮ ਨਹੀਂ ਹੁੰਦੀ। ਜਦੋਂ ਇਹਨਾਂ 3 ਦੇ ਵਿੱਚੋਂ ਇੱਕ ਹੋਰ ਚਲਿਆ ਜਾਂਦਾ ਤਾਂ ਫਿਰ 2 ਮਿਲ ਕੇ ਇਸ ਦੂਸਰੇ ਦੀ ਗੱਲ ਕਰਦੇ ਨੇ। ਜਦੋਂ ਇਹ ਦੋਨੋਂ ਆਪੋ ਆਪਣੇ ਘਰ ਨੂੰ ਚਲੇ ਜਾਂਦੇ ਨੇ ਤਾਂ ਫਿਰ ਆਪਣੇ ਘਰ ਜਾ ਕੇ ਆਪਣੀ ਘਰ ਵਾਲੀ ਨਾਲ ਇਹਦੀ ਗੱਲ ਵੀ ਕਰਦੇ ਨੇ ਕਿ ਇਹ ਵੀ ਭੈੜਾ ਬੰਦਾ ਹੈ, ਦੂਜਿਆਂ ਦੀਆਂ ਗੱਲਾਂ ਕਰਦਾ ਸੀ। ਬੰਦਾ ਇਸ ਤਰ੍ਹਾਂ ਨਿੰਦਾ ਦੇ ਵਿੱਚ ਉਲਝਿਆ ਹੈ
कि उस नूं पता ही नहीं चल रहा कि वो निंदा कर रहा है। तुसीं किसी दे घर जांदे हो जां आपां कदे किसी दे घर जांदे आ, ਉਹਨੂੰ ਮਿਲਦੇ ਹਾਂ, ਉਸ ਨੂੰ ਮਿਲ ਕੇ ਹੁਣ ਉਹ ਜਿੱਥੇ ਅਸੀਂ ਕੰਮ ਕਰਦੇ ਹਾਂ, ਸਾਡੇ ਉਸ ਮਿੱਤਰ ਨੂੰ, ਸਾਡੇ ਰਿਸ਼ਤੇਦਾਰ ਨੂੰ, ਸਾਡੇ ਉਸ ਕੰਮ ਕਰਨ ਵਾਲੇ ਜਗ੍ਹਾ, ਸਾਡੇ ਦਫ਼ਤਰ ਬਾਰੇ ਉਹਨੂੰ ਕੀ ਲੈਣਾ ਦੇਣਾ। ਪਰ ਅਸੀਂ ਉਹਨੂੰ ਜਾ ਕੇ ਦੱਸਦੇ ਹਾਂ ਕਿ ਮੇਰੇ ਦਫ਼ਤਰ ਵਿੱਚ ਫਲਾਣਾ ਬੰਦਾ ਐਵੇਂ ਕਰਦਾ ਹੈ, ਮੇਰਾ ਮਾਲਕ ਐਵੇਂ ਕਰਦਾ ਹੈ, ਮੇਰੇ ਨਾਲ ਦੇ ਕਲੀਗ ਐਵੇਂ ਕਰਦੇ ਨੇ, ਮੇਰਾ ਜਿਹੜਾ ਉੱਥੇ ਪੀਐਨ ਹੈ ਉਹ ਐਵੇਂ ਕਰਦਾ ਹੈ, ਉਹ ਐਵੇਂ ਕਰਦਾ ਹੈ। ਸਾਡੇ ਰਿਸ਼ਤੇਦਾਰ ਨੂੰ ਉਹਨਾਂ ਨਾਲ ਕੀ ਲੈਣਾ ਦੇਣਾ। ਅਸੀਂ ਘੰਟਿਆਂ ਬੱਧੀ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਹਾਂ ਤੇ ਉਹ ਜਿੱਥੇ ਉਹ ਕੰਮ ਕਰਦਾ ਹੈ ਉਹ ਸਾਨੂੰ ਉਹਦੇ ਬਾਰੇ ਦੱਸੀ ਜਾਂਦਾ ਹੈ। ਇਸ ਤਰ੍ਹਾਂ ਅਸੀਂ ਲੋਕ ਜਾਣੇ ਅਣਜਾਣੇ ਵਿੱਚ ਨਿੰਦਾ ਦੇ ਵਿੱਚ ਫਸੇ ਰਹਿੰਦੇ ਆ ਤੇ ਸਾਨੂੰ ਕਦੇ ਲੱਗਦਾ ਹੀ ਨਹੀਂ ਹੈ ਕਿ ਇਹ ਅਸੀਂ ਕਿਸੇ ਦੀ ਨਿੰਦਾ ਕਰ ਰਹੇ ਹਾਂ। ਅਸੀਂ ਸਮਝਦੇ ਹਾਂ ਇਹ ਤਾਂ ਸੁਭਾਵਿਕ, ਇਹ ਤਾਂ ਨੋਰਮਲ ਜੀ ਗੱਲ ਹੈ। ਇਹ ਨੋਰਮਲ ਨਹੀਂ ਹੈ, ਇਹ ਆਮ ਜੀ ਗੱਲ ਨਹੀਂ ਹੈ। ਕਿਸੇ ਦੀ ਪਿੱਠ ਪਿੱਛੇ ਉਸ ਦੀ ਬੁਰਾਈ ਕਰਨਾ ਇਹ ਆਮ ਗੱਲ ਨਹੀਂ ਹੁੰਦੀ, ਇਹ ਨੋਰਮਲ ਗੱਲ ਨਹੀਂ ਹੁੰਦੀ। पर लोग ऐसा करते हैं तो ऐसा करन नूं ही निंदा करना कहा जाता है। कई बारी बढ़ा चढ़ा के भी कई जांदियां गल्लां, गल छोटी हुंदी है उस नूं वड्डा करके दस्सिया जाता है। गल मामूली जी हुंदी है पर उस नूं बढ़ा लिया जाता है बहुत। इसलिए सतगुरु समझाउंदे, सतगुरु कहते जिहड़ा निंदक बंदा है वो सुखी नहीं हुंदा, वो सुखी नहीं हुंदा। निंदक बंदे की खासियत यह है कि वो तुहाडे नाल गल्लां करेगा ते तुहानूं इस गल का एहसास ही नहीं होण देगा कि ये बंदा तुहाडी गल नहीं करदा होवेगा। वो सानू एहसास ही नहीं होने दिंदा। सानू लगता है कि ये बंदा साडी चुगली थोड़ी करदा होना, पर जदों वो साडे तो बाद किसी होर नूं मिलदा है तां उहदे नाल मिल के साडी गल करदा है। जदों उस तो बाद किसी होर नूं मिलदा है तां उस बंदे दी गल करदा है। निंदक बंदा अपने आप नूं सही सिद्ध कर लैंदा है ते दूसरियां नूं माड़े। आप सच्चा हो जाता है ते दूसरियां नूं झूठा कर दिंदा है। किसी दे घर जाके उन्होंने कुछ कह दिंदा है, किसी दे कुछ कह दिंदा है। इस तरह निंदक बंदा कई बारी भरावां नूं आपस विच लड़ा छड्डदा है। एक नूं कुछ कह दिंदा है, दूसरे नूं कुछ कह आउंदा है, तीसरे नूं कुछ कह आउंदा है ते तिन्नों जाने इस बंदे नूं उहनूं चंगा समझदे ने। वो कदे भी विचार नहीं करते कि यह बंदा मेरे को भी आता है, उधर भी जाता है, तीसरी थां भी जाता है। उन्होंने यही लगता रहता है कि ये ठीक है, जिन्हां दी गल इहने दसी है वो ठीक नहीं। सतगुरु कहते निंदक बंदा वो इस तरह करके अपने आप नूं चंगा तो सिद्ध कर लैंदा है पर उन्होंने सुख नहीं हासिल हुंदा। उहदे मन की भटकना बनी रहिंदी है, उन्होंने किते टिका नहीं मिलता। गुरु अर्जन देव महाराज अज दे इस बचन विच समझाउंदे ने, अरड़ावै बिललावै निंदक। निंदक बंदा बहुत अड़िंगदा है, बड़ा बिललाप करदा है। निंदक बंदे दियां गल्लां सुन के बंदे नूं लगदा है कि सच ही कहंदा है, क्योंकि वो इन्नी भावना नाल कहंदा है। जदों असीं किसी की निंदा करते हैं तो साडा पूरा ध्यान एक थां इकट्ठा हो जाता है, एकाग्र हो जाते हैं। असीं एकाग्र हो के गल करते हैं। तुसीं देखना कदे बंदा धर्म की गल करन लग्गियां कदे इन्ना एकाग्र नहीं हुंदा।
सिमरन साधना की गल करन लग्गिया बंदा कदे इन्ना एकाग्र नहीं हुंदा, पर जिन्ना किसी की निंदा करन लग्गिया एकाग्र हुंदा है। उदों उहदा मन जरा भी इधर उधर जांदा नहीं। बाणी पढ़न लग्गिया उहदा मन दौड़ दौड़ जांदा है, बार बार मोड़ के लियाउणा पैंदा है, पर किसी की बुराई करन लग्गिया बिल्कुल एकाग्र, बड़े स्वाद नाल बड़े रस नाल गल करदा है। ते सुनन वालियां नूं भी फिर ਉਹਦੇ ਵਿੱਚ रस आउंदा है, ਉਹਦੇ ਵਿੱਚ स्वाद आउंदा है। सतगुरु कहंदे इस तरह निंदक बंदा वो अपना काम करदा है, उसनूं लगदा कि इंज करके वो दूसरिਆਂ ਦੇ ਵਿੱਚ चंगा बन जाएगा, भला बन जाएगा, नेक बन जाएगा, पर ऐसा हुंदा नहीं, ऐसा हुंदा नहीं। निंदक बंदा किसी की बुराई करके कदे नेक नहीं हो सकता। किसी की बुराई करके असीं भला किवें भले हो सकते हैं? किसी की बुराई करके भला सानू की सुख मिल सकता है, साडा की भला हो सकता है? कुछ भी नहीं। दूसरे नू बुरा कहण नाल कदे चंगा नहीं होया जांदा। इसलिए तो सतगुरु समझाउंदे ने कि जिहड़ा बंदा अपने आप नू भला कहंदा है, भलाई उहदे नेड़े भी नहीं आउंदी, उहदे नेड़े भी नहीं टुकदी, क्योंकि बंदा निंदा वल नूं ज़्यादा दिलचस्पी लैंदा है। इसलिए उस नूं पार ब्रह्म परमेश्वर विसरिया, परमेश्वर उहनूं विसरिया होया, परमात्मा वाहिगुरू उहनूं भुलिया होया। पार ब्रह्म परमेश्वर विसरिया, अपना कीता पावै निंदक। निंदक बंदा अपना कीता होया प्राप्त करदा है, अपना कीता होया पाउंदा है। जो असीं करदे हां जां कोई भी बंदा जो भी करदा है, किसी दी निंदा करदा है जां किसी दी दे गुण गाउंदा है, वो अपना कीता पाउंदा ही पाउंदा है, उसनूं अपना कीता हासिल हुंदा ही है। किसी दी बुराई करके भला आप दा भला किवें होवेगा? किसी दी निंदा करके खुद दा जीवन किवें सवर सकदा है? बंदा कोशिश यही करता है कि दूसरे नूं निंद के, दूसरे दी चुगली करके आप अगे लंघ जावां। जे अगे लंघ भी जाएगा तो की लाभ होवेगा? ऐसा बहुत सारे लोग करते ने। जिन्ने भी डिपार्टमेंट ने, जिन्ने भी जिस तरह के भी लोग जिस भी फील्ड विच काम करते हैं, उस थां एक दो बंदे ऐसे हुंदे ही ने कि वो सारे स्टाफ दी, सारे अपने जिन्ने भी उन्हां दे परसोनल ने, कलीग ने, एक दूसरे की चुगली करते हैं कि छेती तो छेती प्रमोशन मिल जाए। कि अगे वध सकीए। बंदा मेहनत करने वाले पासे ध्यान घट दिंदा है कि मैं मेहनत करा, ईमानदारी नाल अपना काम करा ताकि मैनू प्रमोशन मिल सके। वो मेहनत करता नहीं, ईमानदारी नाल अपनी किरत नहीं करता, पर दूसरियां दी चुगली करता है, दूसरियां दी निंदा करता है ते अगे बढ़न का यतन करता है। इस तरह ऐसा बंदा वो किते अगे नहीं वध पाता, वो उत्थे दा उत्थे ही रहिंदा है, कुछ हासिल नहीं हुंदा। हाँ, थोड़ा बहुत भावें उसनूं माड़ी मोटी वडियाई मिल भी जाए, पर वो किसी अर्थ नहीं, क्योंकि वो झूठ दे आसरे इकट्ठी की हुई है। इसलिए सतगुरु समझाउंदे ऐसे बंदे नूं रब विसरिया होया। जिन्हों परमेश्वर विसरिया उही किसी दूसरे की निंदा करदा है। तुसीं रब नूं चेते रखो, अपने मन विच हर वेले चेते रखो। जदों रब चेते होवे तां दूसरियां गल्लां चेते आउणगियां किवें? दूसरी गल चेते आउंदी नहीं। जदों कोई बंदा गुण देखना शुरू करता है तो औगण कित्थों दिसेगा? पर बंदे का सुभाव ऐसा है कि इस नूं औगण तो इलावा कुछ नज़र नहीं आता। बंदे की मनशा ये लगी रहती कि कोई ना कोई गलती मेरे पकड़ विच आ जाए, एक बारी यदि गलती पता लग जाए। सब थाई हर जगह ऐसा ही लोग एक दूसरे दीयां गलतियां देखण विच लगे हुए ने।
कि ये जिहड़ा ਵੱਡੀਆਂ ਵੱਡੀਆਂ ਗੱਲਾਂ करदा है ना, धर्म दीयां ਗੱਲਾਂ करदा है, ਇਹਦੀ एक मैनू कोई वीकनेस पता लग जाए। क्योंकि जदों वीकनेस पता लग गई, कोई कमज़ोरी, कोई औगण, कोई गलती इहने पहलां किसी वेले कीती होवेगी, वो मैनू पता लग गई, जां जिथे पहलां किसी होर दफ्तर विच काम करदा सी उत्थों क्यों कढ़िया गया, ये गल पता लग जाए। तो वो पता करदा भी है, लोग करते भी ने ऐसा पता कि पता कर लीए कि फलानी थां इहनूं क्यों कढ़िया गया, जां उत्थों ये छड्ड के क्यों आया। जदों पता कर लेंदे ने, फिर वो उस गल नूं अपने अंदर दब्बी रखते हैं। कल नूं जदों कोई गल होएगी ना, फिर मैं दसांगा कि इहदी वीकनेस मैनूं पता लग गई। निंदक बंदा यही कुछ करदा है, औगणां नूं देखण वाला बंदा आही कुछ करदा है। ख्याल रखना, हर बंदा जिहड़ा तुहाडा विरोधी भी होवे, ਉਹਦੇ ਵਿੱਚ भी कुछ ना कुछ सच्चाई जरूर होवेगी। विरोधी विच हर बंदे विच कुछ ना कुछ, पूरा नहीं, अंश मात्र ही सही सच हुंदा है। पूरा सच ना होवे, थोड़ा मामूली जिहा हो सकता है, पर हुंदा है। इसलिए हुण तुसीं जरा उन्हां लोकां वल वेखना, जां जिन्हां नाल तुहाडा वाद विवाद है, वैर विरोध है किसी गल तो, शांत होके उस दी गल नूं विचारना कि उहदी गल विच की गल है, उहदी तर्क की है, उहदा वो ऐसी गल करदा है तां क्यों करदा है। जदों सहज नाल विचारोगे तां उहदी गल विचों भी भावें मामूली जी लभे, सच्ची गल लभ पवेगी। क्योंकि गलत इत्थे कुछ भी नहीं है, साडियां दृष्टियां यह ठीक नहीं है। तुसी किसी जंगल विच जावो ते रस्ता भटक जावो, रस्ता भटक गए, हुण जंगल दे विच रात पै गई, कुछ नहीं नज़र आउंदा, डर है कि किते कोई जानवर, किते कोई सप, किते कोई किसी तरह का कोई कीड़ा मकोड़ा जहरीला वो नुकसान ना पहुँचा दे। कुछ नहीं नज़र आता, घुप हनेरा। फिर अचानक तुहाडी निगाह पैंदी है कि दूर एक रोशनी नज़र आउंदी। जदों वो रोशनी दिस पैंदी है तां की हनेरा दीदा है? हनेरे वाल ध्यान जांदा है? बिल्कुल भी नहीं। किन्ना घुप हनेरा, पर रोशनी जरा जी दूर दिसदी है, टिम टिपाउंदी। बंदा सारे हनेरे नूं इग्नोर करके उस छोटी जी लाइट वल नूं भज्जा चलिया जांदा है। हर बंदे अंदर चाहे जिन्ना भी हनेरा होवे, उहदे अंदर जरा जी रोशनी जरूर होवेगी। जिहड़ा तुहाडा विरोधी भी है, उहदे विच भी जरा जी सच्चाई दी रोशनी होवेगी। तुहाडा दुश्मन भी है, उहदे विच भी जरा जिहा अंश मात्र सच होवेगा। अंश मात्र ही सही, पर होवेगा। इसलिए कदे भी किसी बंदे नाल जिहड़ा विरोध भी है तुहाडा, उहदे प्रति मन विच नफरत ना रखना। कोई तुहानूं नहीं भी पसंद करदा, ना करे, उहदी मर्जी है। तुहाडे नाल दे कलीग वो तुहाडे विचों तुहाडे नाल कोई विरोध रखते होणगे, कोई गल नहीं, फिर की हो गया। हर थां ऐसा हुंदा ही है, हर बंदे नाल साडे विचार थोड़ी रलदे ने कि हर बंदे नाल साडीआं विचारां रलदियां, किसे नाल नहीं रलदियां साडीआं विचारां, किसे बंदे नाल रलदियां हुंदियां। पर किसे दे भी प्रति मन विच नफरत ना होवे। अज विरोध है, कल नूं विरोध मिट भी सकता है, कल नूं मिट जाएगा विरोध। हो सकता है कि अज मित्रता नहीं है, कल नूं मित्रता हो जाए। इसलिए किसी भी बंदे प्रति अपने मन विच वैर भावना ना रखना, नफरत ना रखना, चाहे वह वैसा कैसा भी है, चंगा है मंदा है, कुछ भी, इस गल में कोई फर्क नहीं पैंदा। सतगुरु कहते इस तरह निंदा तो बचोगे।
ਜਦੋਂ ਦੂਸਰੇ ਦਾ ਗੁਣ ਦੇਖਣਾ ਸ਼ੁਰੂ ਕਰ ਦੇਵਾਂਗੇ, ਜਦੋਂ ਦੂਸਰੇ ਅੰਦਰ ਵੀ ਅੰਸ਼ ਮਾਤਰ ਸੱਚ ਦਿਸਣ ਲੱਗ ਪਵੇਗਾ ਕਿ ਇਹ ਵੀ ਚੰਗਾ। ਖਿਆਲ ਰੱਖਣਾ, ਨਿੰਦਾ ਕਿਉਂ ਹੁੰਦੀ ਹੈ? ਕਿ ਮੈਂ ਚੰਗਾ। ਜਦੋਂ ਮੈਂ ਚੰਗਾ ਵਾਂ ਤਾਂ ਫਿਰ ਦੂਸਰਿਆਂ ਨੂੰ ਗਲਤ ਹੋਣਾ ਹੀ ਪਵੇਗਾ। ਜੇ ਦੂਸਰੇ ਚੰਗੇ ਨੇ ਤਾਂ ਫਿਰ ਮੈਂ ਗਲਤ ਹਾਂ। ਇਸ ਲਈ ਬੰਦਾ ਹਮੇਸ਼ਾ ਇਹੀ ਕਹਿੰਦਾ ਰਹਿੰਦਾ ਹੈ ਕਿ ਮੈਂ ਚੰਗਾ ਵਾਂ, ਦੂਸਰੇ ਚੰਗੇ ਨਹੀਂ ਹੈ। ਉਹ ਆਪਣੇ ਆਪ ਨੂੰ ਸਿਰਫ ਚੰਗਾ ਸਿੱਧ ਕਰਨ ਲਈ ਦੂਸਰਿਆਂ ਦੀ ਨਿੰਦਾ ਕਰਦਾ ਹੈ, ਦੂਸਰਿਆਂ ਦੀ ਬੁਰਾਈ ਕਰਦਾ ਹੈ। ਇਸ ਲਈ ਮੈਂ ਚੰਗਾ ਇਹ ਕਹਿਣਾ ਗਲਤ ਨਹੀਂ ਹੈ, ਪਰ ਇਹਦੇ ਨਾਲ ਇੱਕ ਸ਼ਬਦ ਥੋੜਾ ਜਿਹਾ ਹੋਰ ਐਡ ਕਰ ਲਓ, ਮੈਂ ਵੀ ਚੰਗਾ, ਤੁਸੀਂ ਵੀ ਚੰਗੇ। ਬਸ ਇਸ ਗੱਲ ਨੂੰ ਕਹਿਣ ਵਿੱਚ ਤੇ ਮੈਂ ਹੀ ਚੰਗਾ ਇਸ ਗੱਲ ਨੂੰ ਕਹਿਣ ਵਿੱਚ ਫਰਕ ਹੈ। ਸ਼ਬਦ ਇੱਕੋ ਹੀ ਨੇ, ਬਹੁਤਾ ਭੇਦ ਨਹੀਂ ਹੈ, ਹੀ ਤੇ ਬੀ ਦਾ ਫਰਕ ਹੈ। ਤੁਹਾਡੀ ਗੱਲ ਵੀ ਸਹੀ, ਮੇਰੀ ਗੱਲ ਵੀ ਸਹੀ, ਇੱਥੇ ਝਗੜਾ ਨਹੀਂ ਹੈ। ਪਰ ਝਗੜਾ ਇੱਥੇ ਕਿਉਂ ਹੁੰਦਾ ਹੈ? ਝਗੜਾ ਇੱਥੇ ਤਾਂ ਹੁੰਦਾ ਹੈ ਕਿ ਜੇ ਤੁਸੀਂ ਵੀ ਸਹੀ ਮੈਂ ਵੀ ਸਹੀ ਤਾਂ ਫਿਰ ਬਰਾਬਰ ਹੋ ਗਿਆ। ਉੱਚਾ ਤਾਂ ਕੋਈ ਵੀ ਨਹੀਂ ਹੋਇਆ, ਸ੍ਰੇਸ਼ਟ ਤਾਂ ਕੋਈ ਵੀ ਨਹੀਂ ਹੋਇਆ। ਤੇ ਮੈਂ ਕੀ ਹੋਣਾ ਚਾਹੁੰਦਾ? ਮੈਂ ਸ੍ਰੇਸ਼ਟ ਹੋਣਾ ਚਾਹੁੰਦਾ, ਮੈਂ ਉੱਚਾ ਹੋਣਾ ਚਾਹੁੰਦਾ। ਮੈਂ ਇਹ ਕਹਿਣਾ ਚਾਹੁੰਦਾ ਕਿ ਮੇਰੀ ਗੱਲ ਸੱਚ ਹੈ, ਤੁਹਾਡੀ ਗੱਲ ਸੱਚ ਹੋਵੇਗੀ ਪਰ ਪੂਰੀ ਸੱਚ ਨਹੀਂ। ਇਹ ਹੰਕਾਰ ਹੈ। ਇਸ ਲਈ ਹਮੇਸ਼ਾ ਇਹ ਕਹਿਣਾ ਕਿ ਮੈਂ ਵੀ ਠੀਕ, ਤੁਸੀਂ ਵੀ ਠੀਕ। ਇੱਥੇ ਝਗੜਾ ਨਹੀਂ ਹੈ, ਇੱਥੇ ਝਗੜਾ ਕਦੇ ਵੀ ਨਹੀਂ ਹੁੰਦਾ। ਮੈਂ ਸੁਣਿਆ ਬੱਚਿਆਂ ਦੀ ਕਹਾਣੀ ਹੈ ਕਿ ਨਦੀ ਵਿੱਚ ਹੜ੍ਹ ਆ ਗਿਆ, ਪਹਾੜ ਵਿੱਚ ਪਰਬਤ ਫਟਿਆ, ਉਹਦੇ ਨਾਲ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਗਿਆ ਤੇ ਮੈਦਾਨੀ ਇਲਾਕੇ ਵਿੱਚ ਹੜ੍ਹ ਆ ਗਿਆ। ਜਦੋਂ ਹੜ੍ਹ ਆਇਆ ਤਾਂ 4 ਡੱਡੂ ਉਹ ਉਸ ਪਾਣੀ ਦੇ ਵਿੱਚ ਵੈਸੇ ਤਾਂ ਤੈਰ ਲੈਂਦੇ ਨੇ, ਪਰ ਉਸ ਦਿਨ ਪਾਣੀ ਦਾ ਵਹਾਅ ਤੇਜ਼ ਸੀ, ਬਹੁਤ ਸਾਰਾ ਕੂੜਾ ਕਰਕਟ ਇਕੱਠਾ ਹੋ ਗਿਆ ਸੀ, ਤਾਂ ਉਹ ਵੀ ਉਹਦੇ ਵਿੱਚ ਹੀ ਬਹਿ ਤੁਰੇ। ਲੱਗਦਾ ਸੀ ਕਿ ਡੁੱਬ ਜਾਵਾਂਗੇ ਅੱਜ, ਬੇਸ਼ੱਕ ਪਾਣੀ ਵਿੱਚ ਹੀ ਰਹਿੰਦੇ ਆ, ਪਰ ਅੱਜ ਲੱਗਦਾ ਕਿ ਜਿਸ ਤਰ੍ਹਾਂ ਦਾ ਪਾਣੀ ਤੇਜ਼ ਹੈ ਮੌਤ ਹੋ ਜਾਏਗੀ। ਅਚਾਨਕ ਇੱਕ ਵੱਡੀ ਲੱਕੜ, ਬਹੁਤ ਵੱਡਾ ਮੁੱਢ ਉਹ ਬਹਿੰਦਾ ਹੋਇਆ ਉਹਨਾਂ ਤੱਕ ਆ ਪਹੁੰਚਾ। ਉਹ 4 ਜਣੇ ਉਹਦੇ ਉੱਤੇ ਸਵਾਰ ਹੋ, ਬੜੀ ਤੇਜ਼ੀ ਨਾਲ ਪਾਣੀ ਵਗ ਰਿਹਾ ਹੈ, ਤਾਂ ਉਹ ਵੱਡਾ ਲੱਕੜ ਉਹ ਵੀ ਪਾਣੀ ਦੇ ਵਿੱਚ ਬਹਿ ਰਿਹਾ। 4 ਡੱਡੂ ਉਸ ਲੱਕੜ ਦੇ ਉੱਪਰ ਬੈਠੇ ਨੇ ਤੇ ਇੱਕ ਨੇ ਕਿਹਾ ਕਿ ਦੇਖੋ ਕਿੰਨਾ ਪਿਆਰਾ, ਕਿੰਨਾ ਵਧੀਆ ਲੱਕੜ ਹੈ, ਕਿੰਨੀ ਤੇਜ਼ੀ ਨਾਲ ਦੌੜਿਆ ਜਾ ਰਿਹਾ, ਭੱਜਾ ਜਾ ਰਿਹਾ, ਪਾਣੀ ਦੇ ਉੱਤੇ ਤੈਰਦਾ ਜਾ ਰਿਹਾ ਹੈ। ਦੂਸਰੇ ਨੇ ਸੁਣਿਆ, ਉਸਨੇ ਕਿਹਾ ਤੂੰ ਮੂਰਖ ਹੈ, ਲੱਕੜ ਵੀ ਕਦੇ ਦੌੜਦੇ ਨੇ, ਲੱਕੜ ਵੀ ਕਦੇ ਤੇਜ਼ ਤੁਰਦੇ ਨੇ। ਲੱਕੜ ਨਹੀਂ ਜਾ ਰਿਹਾ, ਪਾਣੀ ਵਗ ਰਿਹਾ ਹੈ, ਨਦੀ ਵਗ ਰਹੀ ਹੈ, ਨਦੀ ਵਗਦੀ ਹੈ, ਉਹਦੇ ਉੱਪਰ ਲੱਕੜ ਹੈ ਤੇ ਸਾਨੂੰ ਲੱਗਦਾ ਹੈ ਕਿ ਲੱਕੜ ਜਾ ਰਿਹਾ ਹੈ ਤੇਜ਼ੀ ਨਾਲ। ਤੀਸਰੇ ਨੇ ਕਿਹਾ ਤੁਸੀਂ ਮੈਨੂੰ ਦੋਨੇ ਬੁੱਧੂ ਲੱਗਦੇ ਹੋ, ਤੁਸੀਂ ਮੈਨੂੰ ਦੋਨੇ ਮੂਰਖ ਦਿਖਾਈ ਦਿੰਦੇ ਹੋ। ਨਾ ਤਾਂ ਲੱਕੜ ਕਿਤੇ ਜਾ ਰਹੀ ਹੈ, ਨਾ ਨਦੀ ਕਿਤੇ ਜਾ ਰਹੀ ਹੈ। ਇਹ ਸਾਰੀ ਮਨ ਦੀ ਖੇਡ ਹੈ ਕਿ ਮਨ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁਝ ਜਾ ਰਿਹਾ ਹੈ। ਸਭ ਚੀਜ਼ਾਂ ਉੱਥੇ ਹੀ ਨੇ। ਮਨ ਦਾ ਤੇ ਵੇਗ ਬਹੁਤ ਤੇਜ਼ ਹੈ, ਮਨ ਬੜੀ ਤੇਜ਼ੀ ਨਾਲ ਜਾਂਦਾ ਹੈ। ਇਸ ਲਈ ਮਨ ਨੂੰ ਲੱਗਦਾ ਹੈ ਕਿ ਲੱਕੜ ਭੱਜੀ ਜਾ ਰਹੀ ਹੈ, ਮਨ ਨੂੰ ਲੱਗਦਾ ਹੈ ਕਿ ਨਦੀ ਬੜੀ ਤੇਜ਼ੀ ਨਾਲ ਜਾ ਰਹੀ ਹੈ। ਉਹਨਾਂ ਦਾ ਇਸ ਗੱਲ ਦੇ ਉੱਤੇ ਵਾਦ ਵਿਵਾਦ ਹੋ ਗਿਆ। ਉਹ ਆਪਸ ਵਿੱਚ ਝਗੜ ਪਏ। ਉਹ ਕਹਿੰਦਾ ਮੈਂ ਸਹੀ ਹਾਂ, ਦੂਸਰਾ ਕਹਿੰਦਾ ਮੈਂ ਸਹੀ ਹਾਂ, ਤੀਸਰਾ ਕਹਿੰਦਾ ਮੈਂ ਸਹੀ ਹਾਂ। ਉਹ ਆਪਸ ਵਿੱਚ ਝਗੜ ਪਏ। ਚੌਥਾ ਚੁੱਪ ਕਰਕੇ ਬੈਠਾ ਹੋਇਆ। ਜਦੋਂ ਉਹਨਾਂ ਨੂੰ ਕੋਈ ਹੱਲ ਨਿਕਲਦਾ ਨਾ ਦਿਸਿਆ
ਤਾਂ ਉਹਨਾਂ ਨੇ ਪੁੱਛਿਆ ਕਿ ਭਾਈ ਤੂੰ ਚੁੱਪ ਕਰਕੇ ਬੈਠਾ ਹੈ, ਤੂੰ ਸਿਆਣਾ ਬੰਦਾ ਲੱਗਦਾ, ਤੂੰ ਸਾਡਾ ਸਮਝੌਤਾ ਕਰਾ, ਤੂੰ ਫੈਸਲਾ ਕਰ ਕਿ ਸਾਡੇ ਵਿੱਚੋਂ ਸਹੀ ਕੌਣ ਹੈ। ਉਸਨੇ ਕਿਹਾ ਕਿ ਤੁਸੀਂ ਤਿੰਨੇ ਸਹੀ ਹੋ। ਇਹ ਵੀ ਬਿਲਕੁਲ ਠੀਕ ਹੈ ਕਿ ਪਾਣੀ ਦੇ ਉੱਪਰ ਲੱਕੜ ਚੱਲ ਰਹੀ ਹੈ, ਬਿਲकुल ठीक है, ਇਹਦੇ ਵਿੱਚ ਕੁਝ ਗਲਤ ਨਹੀਂ। ਤੇ ਜਿਹੜੀ ਗੱਲ ਦੂਸਰੇ ਨੇ ਕਹੀ ਕਿ ਪਾਣੀ ਦਾ ਵਹਾਅ ਤੇਜ਼ ਹੈ, ਪਾਣੀ ਚੱਲ ਰਿਹਾ ਹੈ, ਗੱਲ ਉਹ ਵੀ ਠੀਕ ਹੈ, ਉਸ ਦੀ ਗੱਲ ਵੀ ਠੀਕ ਹੈ ਕਿ ਪਾਣੀ ਦਾ ਵਹਾਅ ਹੈ। ਤੇ ਜਿਹੜੀ ਗੱਲ ਕਹੀ ਤੀਸਰੇ ਨੇ ਕਿ ਸਾਰੇ ਮਨ ਦੀ ਖੇਡ ਹੈ, ਮਨ ਨੂੰ ਸਭ ਚੀਜ਼ਾਂ ਚੱਲਦੀਆਂ ਹੋਈਆਂ ਇੱਧਰ ਉੱਧਰ ਦੌੜਦੀਆਂ ਨਜ਼ਰ ਆਉਂਦੀਆਂ, ਗੱਲ ਉਸ ਦੀ ਵੀ ਬਿਲਕੁਲ ਠੀਕ ਹੈ। ਹੁਣ ਉਹ ਤਿੰਨੋਂ ਕਹਿਣ ਲੱਗ, ਉਹਨੇ ਕਿਹਾ ਕਿ ਤੁਹਾਡੀ ਤਿੰਨਾਂ ਦੀ ਗੱਲ ਠੀਕ ਹੈ, ਪਰ ਥੋੜੀ ਥੋੜੀ ਠੀਕ ਹੈ, ਪੂਰੀ ਠੀਕ ਨਹੀਂ ਹੈ। ਪੂਰੀ ਠੀਕ ਨਹੀਂ ਹੈ ਠੀਕ, ਪਰ ਥੋੜੀ ਥੋੜੀ ਠੀਕ ਹੈ। ਜਦੋਂ ਉਹਨਾਂ ਤਿੰਨਾਂ ਨੇ ਸੁਣਿਆ, ਉਹ ਕਹਿੰਦੇ ਸਾਨੂੰ ਤਾਂ ਤੂੰ, ਅਸੀਂ ਤਾਂ ਸਮਝਦੇ ਸੀ ਕਿ ਅਸੀਂ ਮੂਰਖ ਹਾਂ, ਪਰ ਸਾਨੂੰ ਤੇ ਤੂੰ ਮੂਰਖ ਲੱਗਦਾ, ਸਾਨੂੰ ਤੇ ਤੂੰ ਮਹਾ ਬੁੱਧੂ ਲੱਗਦਾ, ਜਿਹੜਾ ਤੂੰ ਤਿੰਨਾਂ ਨੂੰ ਠੀਕ ਕਹੀ ਜਾਂਦਾ, ਤੂੰ ਇੱਕ ਨੂੰ ਠੀਕ ਕਹਿ ਕਿ ਪਹਿਲਾ ਠੀਕ ਹੈ ਜਾਂ ਦੂਜਾ ਠੀਕ ਹੈ ਜਾਂ ਤੀਜਾ, ਤਿੰਨੋਂ ਕਿਵੇਂ ਠੀਕ ਹੋ ਸਕਦੇ ਨੇ? ਇਹ ਤਾਂ ਕਦੇ ਹੋਇਆ ਹੀ ਨਹੀਂ। ਕਿਉਂਕਿ ਜੇ ਤਿੰਨੋਂ ਠੀਕ ਨੇ ਤਾਂ ਫਿਰ ਇਹਨਾਂ ਵਿੱਚ ਵੱਡਾ ਕੋਈ ਵੀ ਨਹੀਂ ਹੋਇਆ, ਸਾਰੇ ਇੱਕੋ ਜਿਹੇ ਹੋ ਗਏ। ਜੇ ਇੱਕ ਠੀਕ ਹੈ ਤਾਂ ਬਾਕੀ ਦੋ ਗਲਤ ਨੇ, ਸਾਨੂੰ ਤੂੰ ਬੁੱਧੂ ਲੱਗਦਾ। ਕਹਿੰਦੇ ਨੇ ਕਿ ਉਹਨਾਂ ਨੇ ਹੁਣ ਤਿੰਨਾਂ ਨੇ, ਜਿਹੜੇ ਤਿੰਨੇ ਆਪਸ ਵਿੱਚ ਲੜਦੇ ਸੀ, ਉਹਨਾਂ ਤਿੰਨਾਂ ਨੇ ਕਿਹਾ ਕਿ ਇਹ ਬੰਦਾ ਪਾਗਲ ਹੈ। ਉਹਨਾਂ ਤਿੰਨਾਂ ਨੇ ਉਸ ਨੂੰ ਲੱਕੜ ਤੋਂ ਬੈਠੇ ਹੋਏ ਨੂੰ ਧੱਕਾ ਦੇ ਦਿੱਤਾ, ਉਹਨੂੰ ਰੋੜ ਦਿੱਤਾ ਕਿ ਆਪਾਂ ਆਪਣਾ ਫੈਸਲਾ ਬਾਅਦ ਵਿੱਚ ਕਰ ਲਵਾਂਗੇ, ਪਹਿਲਾਂ ਇਹਨੂੰ ਟਿਕਾਣੇ ਲਾਓ। ਇਹ ਜਿਹੜਾ ਵੱਡਾ ਸਿਆਣਾ ਬਣਦਾ ਕਿ ਤੁਸੀਂ ਤਿੰਨੇ ਠੀਕ ਹੋ। ਐਸਾ ਹੀ ਹੁੰਦਾ ਹੈ, ਐਸਾ ਹੀ ਦੁਨੀਆ ਐਸਾ ਹੀ ਕਰਦੀ ਹੈ। ਜੇ ਤੁਸੀਂ ਕਿਸੇ ਨੂੰ ਕਹੋਗੇ ਕਿ ਭਾਈ ਤੂੰ ਵੀ ਠੀਕ ਹੈ, ਤੂੰ ਵੀ ਠੀਕ, ਉਹਨਾਂ ਨੇ ਕਹਿਣਾ ਇਹ ਮੂਰਖ ਹੈ ਫੈਸਲਾ ਕਰਾਉਣ ਵਾਲਾ, ਇਹ ਵੱਡਾ ਜੱਜ ਬਣਦਾ, ਇਹਨੂੰ ਪਾਸੇ ਕਰੋ, ਆਪਣਾ ਫੈਸਲਾ ਬਾਅਦ ਚ ਕਰਦੇ ਆ। ऐसी ही है दुनिया, संसार ऐसा ही है। हर कोई बंदा अपने आप को ठीक कहता है, पर दूसरे को नहीं कहता कि दूसरा भी ठीक है। फिर ये फिर निंदा करने का रस नहीं रह जाता जदों असीं दूसरे को ठीक कहते हैं कि हाँ दूसरा भी सही है। इसलिए गौर नाल देखना, हर बंदा अपने एक एंगल तो भावें अंश मात्र सही होवे, सही होवेगा, जरूर सही होवेगा, उहदी गल विच भी दम होवेगा, भावें थोड़ा होवे। जदों इस ढंग नाल देखण लग जाओगे तो दूसरा गलत नहीं लगेगा, फिर दूसरे की निंदा करने का सवाल ही नहीं उठेगा। फिर निंदा करनी क्यों, जब वो भी ठीक है मैं भी ठीक है, फिर निंदा की गल ही खत्म हो गई। पर सतगुरु कहते जिन्हों सिर्फ औगण दीदा, जिन्हों गुण नजर नहीं आता, ऐसा बंदा वो तड़फदा है, बिल लाउंदा है। अरड़ावै बिल लावै निंदक, पार ब्रह्म परमेश्वर विसरिया, अपना कीता पावै निंदक रहाओ। जे कोई उसका संगी होवे नाले लै सिधावे। हुण निंदक बंदे दा जेड़ा संगी होवेगा, ते ये भी ख्याल रखना कि निंदक बंदे दा संगी कोई नहीं हुंदा। जे कोई उहदा संगी बने तो उहदी भी वो निंदा जरूर करेगा। इसलिए जे कोई बंदा तुहानू आके तुहाडे गुआंढी की गल दसे तो ये चेते रखना कि वह गुआंढी के घर जाके तुहाडी गल भी जरूर करेगा, क्योंकि वह रह नहीं सकता ऐसा करने तो, ये उहदा सुभाव है। करते असीं सब भी ऐसा ही हाँ, पर वो ऐसा करेगा। तुहाडे कोल तीसरे बंदे की गल कर रहा है, जदों उस तीसरे कोल जाएगा तो तुहाडी गल भी जरूर करेगा, तुहाडी निंदा भी करेगा। इसलिए सतगुरु कहते वो आप तो डुबदा ही है, अपने संगियां नूं भी नाल ही लै डुबदा है, अपने संगियां नूं भी लै डुबदा है। जे कोई उसका संगी होवे नाले लै सिधावै, अणहोंदा अजगर भार उठाए। वो अणहोंदा भार बिना मतलब तो, अजगर, अज का मतलब हुंदा है बकरी जां बकरा, गर मतलब उसनूं निगल जाण वाला।
अजगर जिहड़ा है वो किसी जानवर नूं वो साबता निकल जाता है, सप जिहड़ा हुंदा है सबूता निकल जाता है। तुसीं वेख्या होएगा अजकल तो वीडियो मिल जांदियां, इन्हां गल्लां नूं समझना बड़ा सौखा हो गया हुण दे समय 'ਚ। अजगर किसी हिरन नूं निगल लैंदा है, हिरन दे बच्चे नूं जां किसी शैहे नूं वो निगल लैंदा है अपने अंदर। जदों उहनूं निगल लैंदा है उस तो बाद वो तुर नहीं सकदा, उहनूं उत्थे बहना पवेगा, उत्थे रुकना पवेगा नेड़े तेड़े झाड़ियां विच, क्योंकि उहने हुण पूरे दा पूरा शरीर निगलिया होया अपने अंदर। हुण वो तुरेगा किवें, क्योंकि उहने बिंगा टेढ़ा होकर तुरना ते तुर नहीं सकेगा। वो हुण भार लद लिया उहने अपने अंदर, इसलिए उहनूं अजगर कहंदे ने सप नूं। सप्पां दीयां प्रजातियां दे विचों जिहड़ा इह सप हुंदा है वो जिहड़ा चीज पंछियां नूं जानवरां नूं निगल लैंदा वो हुण चल नहीं सकदा, हुण उत्थे ही उहनूं कुंडली मार के बैठना पवेगा जद तक उहदे शरीर दी अगन उस निगले हुए जानवर नूं पूरी तरह भस्म नहीं कर दिंदी, हजम नहीं कर दिंदी, उदों तक उहनूं टिक के बहना पैना है उत्थे। सतगुरु कहंदे मनमुख बंदा, निंदक बंदा ऐसा ही है, वो निंदा कर करके अपने सिर भार लद लैंदा है अजगर वांगू। अणहोंदा अजगर भार उठाए, अग्नि माहे जलावे, ते वो अपने अंदर दी अग्नि विच आप ही सड़दा है। उस सप दे अंदर जिहड़ी अगन है वो उस जानवर नूं, उस पंछी नूं जिहनूं उहने अपने अंदर निगलिया उहनूं वो भस्म करदी हौली हौली। फिर जदों ओहदा मास, ओहदियां चीज़ां सब खा लैंदा है तां हड्डियां जिहड़ियां हुंदियां उहनां नूं बाहर निकल दिंदा है, बाहर सुੱਟ दिंदा है, उहनां नूं उगल दिंदा है। मनमुख बंदे दे अंदर दी ईर्षा, ਉਹਦੇ अंदर दी तपश, ਉਹਦੇ अंदर दा वैर विरोध ਉਸੇ ਨੂੰ ਸਾੜਦਾ ਹੈ, ਕਿਸੇ ਹੋਰ ਨੂੰ ਨਹੀਂ, ਉਸੇ ਨੂੰ। ਤੇ ਉਹ ਜਿਹੜੀਆਂ ਹੱਡੀਆਂ ਜਿਹੜੀਆਂ ਉਹਦੇ ਅੰਦਰ ਰਹਿ ਜਾਂਦੀਆਂ ਜਦੋਂ ਉਹਨਾਂ ਨੂੰ ਉਹ ਬਾਹਰ ਉਗਲਦਾ ਤਾਂ ਉਹ ਹੱਡੀਆਂ ਉਹਦੇ ਹੀ ਅੰਦਰ ਨੂੰ ਚੀਰਾ ਦੇ ਕੇ ਬਾਹਰ ਨਿਕਲਦੀਆਂ ਜੇ। ਉਹਦਾ ਆਪ ਦਾ ਹੀ ਨੁਕਸਾਨ ਹੁੰਦਾ ਹੈ। ਬੇਸ਼ੱਕ ਉਹ ਭੁੱਖ ਦੀ ਖਾਤਰ ਕਰਦਾ ਹੈ, ਉਹ ਆਪਣੇ ਸੁਭਾਅ ਦੀ ਖਾਤਰ, ਕਿਉਂਕਿ ਉਹਦਾ ਸੁਭਾਅ ਹੈ, ਉਹਦਾ ਖਾਣਾ ਇਸੇ ਤਰ੍ਹਾਂ ਕਰੇਗਾ, ਪਰ ਉਹਦਾ ਇਹ ਕਰਮ ਉਹਨੂੰ ਦੁੱਖ ਦਿੰਦਾ ਹੈ, ਬੜੀ ਤਕਲੀਫ ਭੋਗਣੀ ਪੈਂਦੀ ਹੈ ਉਸਨੂੰ, ਬੜੀ ਤਕਲੀਫ। ਸਤਿਗੁਰੂ ਸਮਝਾਉਂਦੇ ਕਿ ਇਸ ਤਰ੍ਹਾਂ ਨਿੰਦਕ ਬੰਦਾ ਤਕਲੀਫ ਰੋਜ਼ ਸਹਿੰਦਾ ਨਿੰਦਾ ਕਰ ਕਰਕੇ, ਕਿਉਂਕਿ ਜਦੋਂ ਦੂਸਰਾ ਬੰਦਾ ਉਹਦੇ ਸਾਹਮਣੇ ਆ ਜਾਂਦਾ, ਸੱਚੀ ਗੱਲ ਪ੍ਰਗਟ ਹੋ ਜਾਂਦੀ, ਫਿਰ ਉਹਨੂੰ ਸ਼ਰਮਿੰਦਾ ਹੋਣਾ ਪੈਂਦਾ ਆਪਣੇ ਕੀਤੇ ਤੇ, ਫਿਰ ਉਹ ਪਛਤਾਉਂਦਾ ਵੀ ਹੈ। ਪਰਮੇਸ਼ਰ ਕੈ ਦੁਆਰ ਹੈ ਜੇ ਹੋਏ ਬਤੀਤੈ, ਪਰਮੇਸ਼ਰ ਦੇ ਦਰ ਉੱਤੇ ਜੋ ਹੁੰਦਾ, ਜੋ ਬਤੀਤ ਹੁੰਦਾ, ਸਤਿਗੁਰੂ ਕਹਿੰਦੇ ਨਾਨਕ ਆਖ ਸੁਣਾਵੇ, ਉਹ ਨਾਨਕ ਆਖ ਕੇ ਸੁਣਾਉਂਦਾ। ਸਤਿਗੁਰੂ ਕਹਿੰਦੇ ਮੈਂ ਉਹ ਦੱਸਦਾ ਕਿ ਜੋ ਵਾਹਿਗੁਰੂ ਦੇ ਦਰ ਵਰਤਦਾ ਭਗਤ ਜਨਾਂ ਕੋ ਸਦਾ ਆਨੰਦ ਹੈ। ਭਗਤਾਂ ਨੂੰ ਹਮੇਸ਼ਾ ਆਨੰਦ ਹੈ, ਉਹਨਾਂ ਦੀ ਉਸਤਤ ਕੋਈ ਕਰੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਦੀ ਨਿੰਦਾ ਕੋਈ ਕਰੇ ਉਹਨਾਂ ਨੂੰ ਨਿੰਦਾ ਨਾਲ ਵੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਸ ਨੂੰ ਪਤਾ ਹੈ ਕਿ ਜਿਹੜੀ ਇਹ ਉਸਤਤ ਕਰ ਰਿਹਾ ਹੈ ਮੇਰੇ ਵਿੱਚ ਉਸਤਤ ਵਾਲੀ ਕੋਈ ਗੱਲ ਹੈ ਨਹੀਂ, ਇਸ ਲਈ ਉਹ ਇਗਨੋਰ ਕਰਦਾ ਹੈ। ਤੇ ਜਿਹੜੀ ਇਹ ਨਿੰਦਾ ਕਰ ਰਿਹਾ ਹੈ, ਨਿੰਦਾ ਵਾਲੀ ਵੀ ਐਸੀ ਕੋਈ ਗੱਲ ਨਹੀਂ ਹੈ ਜਿਹੜਾ ਇਹਦੇ ਨਾਲ ਝਗੜਿਆ ਜਾਵੇ, ਇਹਦਾ ਵਿਰੋਧ ਕੀਤਾ ਜਾਏ, ਇਸ ਲਈ ਇਹਦੇ ਵਿੱਚ ਵੀ ਕੁਛ ਨਹੀਂ ਪਿਆ। ਭਗਤ ਨਾਲ ਇਸੇ ਕਰਕੇ ਨਿੰਦਕ ਬੰਦਾ ਈਰਸ਼ਾ ਕਰਦਾ ਹੈ, ਕਿਉਂਕਿ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ, ਉਹਦੀ ਉਸਤਤ ਕਰਨ ਨਾਲ ਵੀ ਉਹਨੂੰ ਫਰਕ ਨਹੀਂ ਪੈਂਦਾ, ਉਹਦੀ ਨਿੰਦਾ ਕਰਨ ਨਾਲ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਹ ਦੋਨਾਂ ਚੀਜ਼ਾਂ ਵਿੱਚ ਹੀ, ਦੋਨਾਂ ਗੱਲਾਂ ਵਿੱਚ ਹੀ ਇੱਕ ਸਮਾਨ ਰਹਿੰਦਾ। ਇਹਦੇ ਗਲ ਵਿੱਚ ਫੁੱਲਾਂ ਦਾ ਹਾਰ ਪਾ ਦਿਓ ਤਾਂ ਵੀ ਕੋਈ ਫਰਕ ਨਹੀਂ ਪਿਆ, ਇਹਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾ ਦਿੱਤਾ ਤਾਂ ਵੀ ਕੋਈ ਫਰਕ ਨਹੀਂ ਪਿਆ, ਕੁਛ ਨਹੀਂ ਫਰਕ ਪਿਆ ਦੋਨਾਂ ਗੱਲਾਂ ਨਾਲ। ਇਸ ਲਈ ਉਹਨੂੰ ਆਨੰਦ ਹੈ ਹਮੇਸ਼ਾ। ਲੋਕ ਉਹਦੇ ਮੂੰਹ ਤੇ ਉਹਦੀ ਨਿੰਦਾ ਕਰਨ ਚਾਹੇ ਉਹਦੀ ਪਿੱਠ ਤੇ, ਭਗਤ ਨੂੰ ਕੋਈ ਮਤਲਬ ਨਹੀਂ ਇਸ ਗੱਲ ਨਾਲ, ਉਹ ਉਲਝਦਾ ਹੀ ਨਹੀਂ, ਇਸ ਚੱਕਰ ਵਿੱਚ ਪੈਂਦਾ ਹੀ ਨਹੀਂ। ਭਗਤ ਜਨਾਂ ਕੋ ਸਦਾ ਆਨੰਦ ਹੈ। ਉਹ ਕਿਵੇਂ ਪ੍ਰਸੰਨ ਹੁੰਦਾ ਹੈ? ਸਤਿਗੁਰੂ ਕਹਿੰਦੇ ਹਰ ਕੀਰਤਨ ਗਾਏ ਬਿਗਸਾਵੈ, ਉਹ ਵਾਹਿਗੁਰੂ ਦਾ ਕੀਰਤਨ ਕਰਕੇ
ਉਸ ਨੂੰ ਗਾ ਕੇ ਉਹ ਬਿਗਸਦਾ ਹੈ, ਉਹ ਆਨੰਦ ਮਾਣਦਾ ਹੈ। ਲੋਕੀ ਨਿੰਦਾ ਕਰਦੇ ਨੇ, ਉਹ ਕਹਿੰਦਾ ਕਰੀ ਜਾਣ, ਉਹ ਆਪਣੀ ਮਸਤੀ ਵਿੱਚ ਲੱਗਾ ਹੋਇਆ ਹੈ। ਕਬੀਰ ਸਾਹਿਬ ਨੇ ਕਿਹਾ ਨਾ, ਕਹਿੰਦੇ ਨਿੰਦਕ ਮੈਨੂੰ ਚੰਗਾ ਲੱਗਦਾ, ਮੈਨੂੰ ਨਫ਼ਰਤ ਨਹੀਂ ਉਹਦੇ ਨਾਲ, ਉਹ ਮੇਰੀ ਨਿੰਦਾ ਕਰਦਾ ਮੈਨੂੰ ਬੁਰਾ ਨਹੀਂ ਲੱਗਦਾ। ਉਹ ਕਹਿੰਦੇ ਮੈਂ ਚਾਹੁੰਦਾ ਕਿ ਉਹ ਮੇਰੀ ਹੋਰ ਨਿੰਦਾ ਕਰੇ, ਉਹ ਹੋਰ ਮੇਰੀ ਬੁਰਾਈ ਕਰੇ, ਕਿਉਂਕਿ ਇਸ ਤਰ੍ਹਾਂ ਉਹ ਮੇਰੀ ਬੁਰਾਈ ਕਰੇਗਾ ਤਾਂ ਮੇਰੇ ਅੰਦਰ ਜੋ ਔਗਣ ਨੇ ਜਿਨ੍ਹਾਂ ਨੂੰ ਮੈਂ ਨਹੀਂ ਦੇਖ ਪਾਉਂਦਾ। ਸਾਡੇ ਬਹੁਤ ਸਾਰੇ ਔਗਣ, ਸਾਡੀਆਂ ਗਲਤੀਆਂ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਲੋਕ ਨਹੀਂ ਦੇਖ ਪਾਉਂਦੇ, ਅਸੀਂ ਖੁਦ ਨਹੀਂ ਜੱਜ ਕਰ ਸਕਦੇ, ਪਰ ਦੂਸਰੇ ਲੋਕ ਕਰ ਲੈਂਦੇ ਨੇ, ਦੂਸਰੇ ਲੋਕ ਜੱਜ ਕਰ ਲੈਂਦੇ ਨੇ। ਜਦੋਂ ਇਸ ਤਰ੍ਹਾਂ ਦੂਸਰੇ ਲੋਕ ਜੱਜ ਕਰ ਲੈਣ ਤੇ ਗੁਰਮੁਖ ਬੰਦਾ, ਸਿਆਣਾ ਬੰਦਾ ਉਸ ਚੀਜ਼ ਦਾ ਲਾਭ ਲੈ ਲੈਂਦਾ ਕਿ ਇਹਨੇ ਮੇਰੀ ਔਗਣ, ਮੇਰੀ ਗਲਤੀ ਦੱਸ ਦਿੱਤੀ, ਹੁਣ ਮੈਂ ਇਸ ਗਲਤੀ ਨੂੰ ਸੁਧਾਰ ਲਵਾਂ, ਇਹਨੂੰ ਠੀਕ ਕਰ ਲਵਾਂ। ਇਸ ਲਈ ਕਬੀਰ ਸਾਹਿਬ ਕਹਿੰਦੇ ਮੈਨੂੰ ਨਿੰਦਕ ਬੰਦਾ ਚੰਗਾ ਲੱਗਦਾ, ਕਿਉਂਕਿ ਉਹ ਮੇਰੀ ਗਲਤੀ ਨੂੰ ਸਵਾਰ ਦਿੰਦਾ ਹੈ, ਮੇਰੇ ਔਗਣ ਨੂੰ ਮੈਨੂੰ ਦਿਖਾ ਦਿੰਦਾ ਹੈ, ਇਸ ਕਰਕੇ ਮੈਨੂੰ ਉਹ ਪਿਆਰਾ ਲੱਗਦਾ ਹੈ। ਇਸ ਲਈ ਨਿੰਦਕ ਨੂੰ ਨਫ਼ਰਤ ਨਹੀਂ ਕਰਨਾ, ਉਹਦੀਆਂ ਗੱਲਾਂ ਸੁਣ ਕੇ ਆਪਣੇ ਜੀਵਨ ਨੂੰ ਸਵਾਰਨਾ। ਸਤਿਗੁਰੂ ਰਹਿਮਤ ਕਰਨ, ਆਪਾਂ ਸਭ ਗੁਰੂ ਦੇ ਚਰਨਾਂ ਨਾਲ ਜੁੜ ਕੇ, ਗੁਰੂ ਦੀ ਬਾਣੀ ਰਾਹੀਂ, ਗੁਰੂ ਦੇ ਸਿਮਰਨ ਰਾਹੀਂ ਆਪਣਾ ਜੀਵਨ ਸਵਾਰ ਕੇ ਨਿੰਦਾ ਵਾਲੇ ਪਾਸਿਓਂ ਹਟ ਕੇ ਵਾਹਿਗੁਰੂ ਦੀ ਉਸਤਤ ਵਾਲੇ ਪਾਸੇ ਲੱਗ ਸਕੀਏ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।